हाँ जी, मेरा नाम कमलेश अहीर है जी। कैनेडा ਦੇ ਵਿੱਚ ਮੈਂ 1993 ਅਕਤੂਬਰ 10 ਨੂੰ ਮਾਈਗ੍ਰੇਟ ਹੋਈ ਇੰਡੀਆ ਤੋਂ। ਇੰਡੀਆ ਦਾ ਨਾਰਦਰਨ ਪਾਰਟ ਜਿਹੜਾ ਸਾਡਾ ਪੰਜਾਬ ਹੈਗਾ, ਪੰਜਾਬ ਦਾ ਡਿਸਟ੍ਰਿਕਟ ਜਲੰਧਰ ਤੇ ਜਲੰਧਰ ਦੀ ਸਿਟੀ ਆ ਨਕੋਦਰ। ਨਕੋਦਰ ਸਿਟੀ ਦੀ, ਜਲੰਧਰ ਸਾਡਾ ਡਿਸਟ੍ਰਿਕਟ ਹੈ, ਨਕੋਦਰ ਸਾਡੀ ਸਿਟੀ ਆ ਤੇ ਨਕੋਦਰ ਦੀ ਮੈਂ ਬੋਰਨ ਹੈਗੀ ਆ। ਸਟੂਡੈਂਟ ਬੇਸ ਤੋਂ ਇੰਡੀਆ ਦੇ ਵਿੱਚ ਇੱਕ ਲਹਿਰ ਪੈਦਾ ਹੋਈ ਸੀਗੀ ਅਰਾਊਂਡ 1978। ਲਹਿਰ ਤਾਂ ਉਸ ਤੋਂ ਪਹਿਲਾਂ ਪੈਦਾ ਹੋਈ, ਪਰ ਉਦੋਂ ਕਿ ਮੈਂ ਬਹੁਤ ਛੋਟੀ ਸੀ, ਜੰਗ ਸੀ, 10-12 ਸਾਲ। ਫਿਰ ਇੱਕ ਸਾਡੇ ਮੁਹੱਲੇ 'ਚ ਜਿੱਦਾਂ ਬਹੁਤ ਜਿਹੜੇ ਜੰਗ ਮੁੰਡੇ ਸੀਗੇ ਮੇਰੇ ਤੋਂ ਵੱਡੇ, ਨੌਕਰੀਆਂ ਕਰਦੇ, ਉਹਨਾਂ ਨੇ ਇੱਕ ਤਰ੍ਹਾਂ ਦੀ ਖਲਬਲੀ ਮਚਾਈ ਸੀ ਵੀ ਕੀ ਗੱਲ ਹੈ। ਉਹਨਾਂ ਤੋਂ ਪਤਾ ਲੱਗਿਆ ਕਿ ਮਾਨਿਆਵਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਇੱਕ ਪੰਜਾਬ ਦਾ ਲੀਡਰ ਪੈਦਾ ਹੋਇਆ, ਪੰਜਾਬ 'ਚ ਹੀ ਬੋਰਨ ਹੋਇਆ ਉਹ ਵੀ। ਉਹਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਪੜ੍ਹਿਆ ਤੇ ਮਤਲਬ ਬੰਬੇ ਜੌਬ ਕਰਦੇ ਸੀਗੇ, ਸਾਇੰਟਿਸਟ ਸੀ। ਉੱਥੇ ਪੜ੍ਹ ਕੇ ਉਹਨਾਂ ਨੇ ਅੰਬੇਡਕਰ ਨੂੰ ਜਦੋਂ ਸਮਝਿਆ ਤਾਂ ਉਹਨੇ ਅੰਬੇਡਕਰ ਦੀ ਟੋਟਲੀ ਨਵੀਂ ਲਹਿਰ ਪੈਦਾ ਕਰ ਦਿੱਤੀ ਜਿਹੜੀ ਪੰਜਾਬ ਤੋਂ ਸ਼ੁਰੂ ਹੋਈ। ਤੇ ਉਹਨਾਂ ਨੇ ਪਹਿਲਾਂ ਇੱਕ ਬਾਮਸੇਪ ਪੜ੍ਹਿਆ ਲਿਖਿਆ ਦੀ ਬਣਾਈ ਸੀਗੀ, ਜਿਸ ਚੋਂ ਮੈਨੂੰ ਸਿੱਖਣੇ ਦਾ ਮੌਕਾ ਮਿਲਿਆ ਛੋਟੀ ਹੁੰਦਿਆਂ। ਫਿਰ ਉਹਨਾਂ ਨੇ ਇੱਕ ਐਸੋਸੀਏਸ਼ਨ ਬਣਾਈ ਜਿੱਦਾਂ ਜੰਗ ਲੜਕੇ ਲੜਕੀਆਂ ਨੂੰ ਇਕੱਠੇ ਕਰਨ ਦੀ, ਉਹਦਾ ਨਾਂ ਰੱਖਿਆ DS4, ਦਲਿਤ ਸ਼ੋਸ਼ਿਤ ਸਮਾਜ। ਉਹਦਾ ਨਾਂ ਹੀ ਇਹ ਦਿੱਤਾ ਸੀ DS4। DS4 ਤੋਂ ਬਾਅਦ ਇਹ ਉਹਨੇ 1981 'ਚ ਬਣਾਈ ਸੀ। ਤੇ ਉਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਉਹਨੇ ਜਦੋਂ ਸਾਰੇ ਲੋਕਾਂ ਨੂੰ ਲਾਮਬੰਦ ਕਰ ਲਿਆ, ਫਿਰ ਪਾਰਟੀ ਬਣਾਈ ਬਹੁਜਨ ਸਮਾਜ ਪਾਰਟੀ। ਉਹਦਾ ਨਾਂ ਸ਼ਾਰਟ ਫਾਰਮ 'ਚ ਰੱਖਿਆ BSP। ਤੇ ਮਤਲਬ DS4 ਤੇ BSP ਦੇ ਵਿੱਚ ਮੈਨੂੰ ਕੰਮ ਕਰਨ ਦਾ ਬਿਫੋਰ ਮੈਰਿਜ ਆਪਣੇ ਮੁਹੱਲੇ ਤੋਂ, ਆਪਣੀ ਸਿਟੀ ਤੋਂ ਮੌਕਾ ਮਿਲਿਆ। ਮੇਰੇ ਫਾਦਰ ਸਾਹਿਬ ਦੀ ਬਹੁਤ ਦੇਣ ਹੈਗੀ ਆ। ਮੈਂ ਫੈਮਿਲੀ 'ਚ ਸਭ ਤੋਂ ਛੋਟੀ ਹਾਂ। ਮੇਰੇ 10 ਭੈਣਾਂ ਭਰਾ ਆ। ਮੇਰੇ ਸਾਰੇ ਵੱਡੇ ਹੈਗੇ ਆ। ਜਿੱਦਾਂ ਮੇਰਾ ਬ੍ਰਦਰ ਇੱਕ ਕਮਿਸ਼ਨਰ ਵੀ ਰਿਹਾ ਦਿੱਲੀ ਦੇ ਵਿੱਚ, ਹੁਣ ਉਹ ਰਿਟਾਇਰ ਹੋ ਗਿਆ। ਤੇ ਮੇਰੇ ਸਭ ਤੋਂ ਵੱਡੇ ਬ੍ਰਦਰ ਗਰੀਸ ਰਹੇ ਹੈਗੇ ਆ, ਸ਼ਿਪ ਦੇ ਵਿੱਚ ਹੁੰਦੇ ਸੀਗੇ, ਉਹਨਾਂ ਦੀ ਡੈਥ ਹੋ ਗਈ ਜਿੱਦਾਂ। ਤੇ 2 ਬ੍ਰਦਰ ਇਟਲੀ ਸੀ, ਦੋਨਾਂ ਦੀ ਡੈਥ ਹੋ ਗਈ ਆ। ਇੱਕ ਤਾਂ ਹੁਣੇ ਰਾਈਟ ਨਾਓ। ਸਿਸਟਰ ਇੰਗਲੈਂਡ ਹੈਗੇ ਆ, ਇੱਕ ਨਿਊਯਾਰਕ ਆ, ਤੇ ਇੱਕ ਮੇਰੇ ਸਿਸਟਰ ਮੇਰੇ ਤੋਂ ਵੱਡੇ ਕੈਲਗਰੀ ਹੈਗੇ ਆ, ਤੇ ਮੇਰੇ ਤੋਂ ਵੱਡਾ ਬ੍ਰਦਰ ਵੀ ਕੈਲਗਰੀ ਹੈਗਾ। ਤੇ ਮੈਂ ਬਹੁਤ ਵੱਡੀ ਫੈਮਿਲੀ 'ਚੋਂ ਮਤਲਬ ਐਜ਼ ਆ ਬੱਚਾ ਗਰੋ ਹੋਇਆ। ਮੇਰੇ ਮਮ ਬਹੁਤ ਭੋਲੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਸੋ ਇਨੋਸੈਂਟ ਪਰਸਨ ਹੀ ਜਿਹਨਾਂ ਨੂੰ ਕਹਿ ਦਿੰਦੇ ਹਾਂ। ਬਸ ਉਹਨਾਂ ਨੂੰ ਤਾਂ ਇੰਨਾ ਹੁੰਦਾ ਸੀ ਭਲਾ ਹੋਵੇ ਸਾਰਿਆਂ ਦਾ। ਤੇ ਫਾਦਰ ਸਾਹਿਬ ਦੀ ਬਹੁਤ ਇੱਕ ਉਹਨਾਂ ਦਾ ਚਿਹਰਾ, ਆਸੇ ਪਾਸੇ ਦੇ ਜਿਹੜੇ ਸਾਡੇ ਇੰਡੀਆ ਦਾ ਮਾਹੌਲ, ਸਾਡੇ ਪੰਜਾਬ ਦਾ ਡਿਫਰੈਂਟ ਹੈ ਕਿ ਜਿਹੜੇ ਪਿੰਡ ਹੁੰਦੇ, ਵਿਲੇਜ ਹੁੰਦੇ ਆ, ਜਿਹੜੇ ਆਲ ਅਰਾਊਂਡ ਤੁਹਾਡੀ ਸਿਟੀ ਦੇ ਨਾਲ ਰਿਲੇਟਡ, ਉਹ ਸਾਰੇ ਲੋਕ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ। ਸਿਟੀ ਸਾਡੀ ਨਕੋਦਰ ਦੇ ਵਿੱਚ ਵੀ ਸਾਡਾ ਸਾਰੇ ਜਾਣਦੇ ਸੀ, ਜਿੱਥੋਂ ਆਪਾਂ ਦੁਕਾਨਾਂ ਤੋਂ ਸਮਾਨ ਖਰੀਦਦੇ ਆ ਜਾਂ ਸਟੱਡੀ, ਤੇ ਵਿਲੇਜ ਵਾਲੇ ਲੋਕ ਵੀ ਜਾਣਦੇ ਸੀਗੇ। ਤੇ ਇਸ ਕਰਕੇ ਫਾਦਰ ਸਾਹਿਬ ਦਾ ਮੇਰੇ ਦਾ ਇੱਕ ਨਾਂ ਸੀਗਾ, ਤੇ ਉਹ ਫਾਦਰ ਸਾਹਿਬ ਦੇ ਕੋਲ ਲੋਕ ਬਹੁਤ ਆਉਂਦੇ ਸੀਗੇ। ਮੇਰਾ ਫਾਦਰ ਐਜ਼ ਅ ਵਪਾਰੀ ਸੀ ਬਫਲੋ ਦਾ। ਸਾਡੇ ਘਰ ਬਹੁਤ ਸਾਰੀਆਂ ਮੱਝਾਂ ਹੁੰਦੀਆਂ ਸੀਗੀਆਂ, ਉਹ ਮੱਝਾਂ ਨਵੀਆਂ ਲਿਆਉਂਦੇ ਵੇਚਦੇ, ਦੁੱਧ ਵੀ ਬਹੁਤ ਹੁੰਦਾ ਸੀਗਾ। ਜਿੱਦਾਂ ਵੱਡੀ ਫੈਮਿਲੀ ਹੋਣ ਕਰਕੇ ਰਿਸ਼ਤੇਦਾਰ ਬਹੁਤ ਜ਼ਿਆਦਾ ਸੀ, ਸਾਡੇ ਘਰ 'ਚ ਬਹੁਤ ਰਿਸ਼ਤੇਦਾਰ ਆਉਂਦੇ ਸੀ। ਇਸ ਕਰਕੇ ਮੈਂ ਸ਼ੁਰੂ ਤੋਂ ਛੋਟੇ ਹੁੰਦਿਆਂ ਬਹੁਤ ਓਪਨ ਮਾਈਂਡਡ ਰਹੀ ਹੈਗੀ। ਤੇ ਨਕੋਦਰ ਤੋਂ ਹੀ ਫਿਰ ਮੈਂ ਐਜੂਕੇਸ਼ਨ ਲਈ ਹੈਗੀ ਆ ਗ੍ਰੈਜੂਏਸ਼ਨ ਦੀ, ਜਿਹਦੇ ਵਿੱਚ ਮੈਂ ਪੋਲੀਟੀਕਲ ਸਾਇੰਸ ਤੇ ਇਕਨੋਮਿਕਸ ਦੇ ਨਾਲ ਗ੍ਰੈਜੂਏਸ਼ਨ ਕੀਤੀ ਆ। ਗੁਰੂ ਨਾਨਕ ਨੈਸ਼ਨਲ ਕਾਲਜ ਮੇਰਾ ਨਕੋਦਰ ਵਿੱਚ ਹੀ ਹੈਗਾ। ਤੇ ਮੇਰੇ ਪਿਤਾ ਜੀ ਨੇ, ਮੈਂ ਹੋਰ ਪੜ੍ਹਨਾ ਚਾਹੁੰਦੀ ਸੀਗੀ। ਤੇ ਉਸ ਸਮੇਂ 84 ਦੀ ਜਿਹੜੀ ਲਹਿਰ ਸੀਗੀ, ਪਾਰਟੀ ਵੀ ਬਣੀ, ਉਹਦੇ 'ਚ ਵੀ ਅਸੀਂ ਇਨਵੋਲਵ ਸੀ, ਪਰ ਉਹਦੇ ਵਿੱਚ ਸਾਡੇ ਪੰਜਾਬ 'ਚ ਇੱਕ ਅੱਤਵਾਦ ਪੈਦਾ ਹੋ ਗਿਆ। ਨਾਂ ਦਿੱਤਾ ਉਹਨੂੰ ਅੱਤਵਾਦ ਦਾ ਨਾ, ਮਤਲਬ ਅਸੀਂ ਤਾਂ ਜੰਗ ਏਜ 'ਚ ਬੱਚਾ ਸਟੂਡੈਂਟ, ਉਹਨੂੰ ਤਾਂ ਸਮਝ ਨਹੀਂ ਆਉਂਦੀ ਕੀ ਹੋ ਰਿਹਾ ਇਹ, ਮਤਲਬ ਕਿੱਥੋਂ, ਅਸੀਂ ਤਾਂ ਨਹੀਂ ਜਾਣਦੇ ਅੱਤਵਾਦ, ਕਿਉਂਕਿ ਸਾਡਾ ਤਾਂ ਆਪਸ ਵਿੱਚ ਪਿਆਰ ਹੀ ਬੜਾ। ਲੇਕਿਨ ਉਹ ਵੀ ਇੱਕ ਲਹਿਰ ਹੀ ਸੀਗੀ ਕਿ ਕੁਛ ਸਾਡੇ ਸਿੱਖ ਭੈਣਾਂ ਭਰਾਵਾਂ ਦੀ ਜਿਹੜੀ ਮਤਲਬ ਉਹ ਰਾਈਟਸ ਆਪਣੇ ਲਈ ਆਪਣੀ ਜੱਦੋ-ਜਹਿਦ ਕਰ ਰਹੇ ਸੀ, ਤਾਂ ਲੇਕਿਨ ਉਹਨੂੰ ਇੱਕ ਅੱਤਵਾਦ ਦਾ ਨਾਮ ਦਿੱਤਾ ਗਿਆ। ਲੇਕਿਨ ਜਿਹੜੇ ਲੋਕ ਮਾੜੇ ਹੁੰਦੇ ਹੈਗੇ ਆ, ਉਹ ਮਾੜੇ ਆਪਣਾ ਫਾਇਦਾ ਲੈਣ ਲਈ ਕਈ ਵਾਰੀ ਗੋਲੀਆਂ ਵੀ ਚਲਾ ਦਿੰਦੇ ਆ, ਤਾਂ ਲੇਕਿਨ ਬਦਨਾਮ ਸਾਰੇ ਹੋ ਜਾਂਦੇ ਆ। ਸੋ ਇਸ ਤਰ੍ਹਾਂ ਦਾ ਉੱਥੇ ਦਾ ਮਾਹੌਲ ਸਾਡੇ ਹੋਇਆ। ਉਸ ਮਾਹੌਲ ਦੇ ਵਿੱਚ ਸਾਡੇ 'ਚ ਡਰ ਵੀ ਪੈਦਾ ਹੋ ਗਿਆ।
ਬੇਸ਼ੱਕ ਮੇਰੇ ਵਰਗੀਆਂ ਹਜ਼ਾਰਾਂ ਲੜਕੀਆਂ ਜਿਹੜੀਆਂ ਅੰਦਰੋਂ ਨਹੀਂ ਸੀ ਡਰਦੀਆਂ, ਪਰ ਪੇਰੈਂਟਸ ਡਰਦੇ ਸੀ ਕੁੜੀਆਂ ਨੂੰ ਆਪਣੀ ਸਿਟੀ ਤੋਂ ਦੂਸਰੀ ਸਿਟੀ, ਜਿੱਦਾਂ ਡਿਸਟ੍ਰਿਕਟ ਜਲੰਧਰ ਹੈ, ਉੱਥੇ ਪੜ੍ਹਨ ਭੇਜਣ ਵਾਸਤੇ। ਆਪਣੀ ਸਿਟੀ ਤੱਕ ਤਾਂ ਉਹ ਕਹਿੰਦੇ ਓਕੇ ਆ, ਪਰ ਜਦੋਂ ਮੈਂ ਗ੍ਰੈਜੂਏਸ਼ਨ ਤੋਂ ਬਾਅਦ ਐਡਮਿਸ਼ਨ ਲੈਣੀ ਸੀ 15ਵੀਂ 'ਚ, ਤਾਂ ਮੇਰੇ ਫਾਦਰ ਸਾਹਿਬ ਨੇ ਮਨਾ ਕਰਤਾ ਵੀ ਜਲੰਧਰ ਨਹੀਂ ਜਾਣਾ ਬੱਸਾਂ ਵਿੱਚ, ਕੁੜੀਆਂ ਨੂੰ ਚੱਕ ਕੇ ਲੈ ਜਾਂਦੇ, ਕਿਉਂਕਿ ਕੁੜੀਆਂ ਦਾ ਕਿਡਨੈਪਿੰਗ ਬਹੁਤ ਹੁੰਦੀ ਸੀਗੀ ਉਦੋਂ। ਬਹੁਤ ਜ਼ਿਆਦਾ ਹਾਲਾਤ ਮਾੜੇ ਰਹੇ ਆ ਸਿੱਧਾ, ਸਾਡੀ ਪੜ੍ਹਾਈ ਤੇ ਬਹੁਤ ਅਸਰ ਪਿਆ, ਸਾਡਾ ਬ੍ਰੇਨ ਇੱਕ ਤਰ੍ਹਾਂ ਦਾ, ਸਾਨੂੰ ਡਰ ਲੱਗਦਾ ਹੁੰਦਾ ਸੀ ਜਾਂਦਿਆਂ ਨੂੰ ਕੁੜੀਆਂ ਨੂੰ, ਵੀ ਸਾਨੂੰ ਕੋਈ ਇੱਥੋਂ ਕਿਡਨੈਪ ਨਾ ਕਰਕੇ ਲੈ ਜਾਵੇ, ਹਨਾ। ਫਿਰ ਕੁੜੀਆਂ ਲੱਭਦੀਆਂ ਨਹੀਂ ਸੀ ਤਾਂ ਉਹਨਾਂ ਦੀਆਂ ਡੈਡ ਬੋਡੀਆਂ ਹੀ ਮਿਲਦੀਆਂ ਹੁੰਦੀਆਂ ਸੀ। ਕੌਣ ਕਰ ਗਿਆ, ਕਿੱਥੇ ਕਰ ਗਿਆ, ਇਹਦੇ ਬਾਰੇ ਨਹੀਂ ਆਪਾਂ ਕਹਿ ਸਕਦੇ ਜਿੱਦਾਂ, ਲੇਕਿਨ ਇੱਦਾਂ ਹੋਇਆ ਆ, ਮੇਰੀਆਂ ਅੱਖਾਂ ਸਾਹਮਣੇ ਹੋਇਆ ਹੈਗਾ। ਉਹਦਾ ਪੜ੍ਹਾਈ ਤੇ ਬਹੁਤ ਅਸਰ ਪਿਆ। ਸੋ ਮਤਲਬ ਉਹ ਮੈਂ ਦੱਸ ਨਹੀਂ ਸਕਦੀ। ਤੇ ਮੈਂ ਇਹ ਕਹਿ ਸਕਦੀ ਹਾਂ ਕਿ ਪੜ੍ਹਨਾ ਬਹੁਤ ਜ਼ਰੂਰੀ ਆ, ਲੇਕਿਨ ਪੜ੍ਹਾਈ ਵੀ ਇੱਕ ਅੱਛੇ ਮਾਹੌਲ 'ਚ ਹੋ ਸਕਦੀ ਆ। ਜਿੱਥੇ ਇਦਾਂ ਦਾ ਮਾਹੌਲ ਹੋ ਜਾਏ ਉੱਥੇ ਕੀ ਕਿਸੇ ਨੇ ਪੜ੍ਹਨਾ। ਔਰ ਇੰਡੀਆ ਦਾ ਸਿਸਟਮ ਇਦਾਂ ਦਾ ਕਿ ਮਾਪੇ ਜਿਹੜੇ ਪੇਰੈਂਟਸ ਆ, ਉਹ ਕੁੜੀ ਨੂੰ, ਜਵਾਨ ਕੁੜੀ ਨੂੰ ਭੇਜਣਾ ਹੀ ਨਹੀਂ ਚਾਹੁੰਦੇ ਕਿਤੇ। ਮੇਰੀ ਪੜ੍ਹਾਈ ਦੇ ਵਿੱਚ ਇੱਕ ਤਾਂ ਇਹ ਇੱਕ ਆ ਗਿਆ ਕਿ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਪ੍ਰੋਪਰ ਪੜ੍ਹ ਨਹੀਂ ਸਕੀ। ਫਿਰ ਵੀ ਮੇਰੇ ਅੰਦਰ ਇੱਕ ਸੀਗਾ ਮੈਂ ਪੜ੍ਹਨਾ ਆ ਨਾ, ਤੇ ਪੜ੍ਹਨਾ। ਤੇ ਮੈਂ ਗ੍ਰੈਜੂਏਸ਼ਨ ਤੋਂ ਬਾਅਦ 15ਵੀਂ ਜਿੱਦਾਂ ਪਾਰਟ 1 ਪੋਲੀਟੀਕਲ ਸਾਇੰਸ ਦੀ ਮੈਂ ਐਡਮਿਸ਼ਨ ਲੈ ਲਈ ਪ੍ਰਾਈਵੇਟ, ਗੁਰੂ ਨਾਨਕ ਨੈਸ਼ਨਲ ਕਾਲਜ ਅੰਮ੍ਰਿਤਸਰ, ਜਿੱਥੇ ਗੁਰਦੁਆਰਾ ਸਾਹਿਬ ਹੈ ਸਾਡਾ, ਸਿੱਖਾਂ ਦਾ ਮੰਨਿਆ ਜਾਂਦਾ, ਲੇਕਿਨ ਸਾਡਾ ਸਭ ਦਾ ਹੀ ਆ, ਕਿਉਂਕਿ ਉਹ ਉੱਥੋਂ ਇੱਕ ਅੱਛੀ ਫੀਲਿੰਗਸ ਮਿਲਦੀ ਸਾਰਿਆਂ ਨੂੰ, ਹੈ ਨਾ, ਇਕੁਐਲਿਟੀ ਦੀ। ਆਪਾਂ ਇਕੁਐਲਿਟੀ ਦੀ ਗੱਲ ਕਰਦੇ ਹਾਂ। ਤੇ ਉੱਥੇ ਫਿਰ ਮੈਂ ਸਪੈਸ਼ਲ ਆਪਣੇ ਪਿੰਡ ਤੋਂ ਬ੍ਰਦਰ ਹੀ ਲੱਗਦਾ, ਮੇਰੇ ਭਾਈ ਤਾਂ ਕੋਈ ਕਿਤੇ ਸੀ ਕਿਸੇ ਕੰਟਰੀ, ਕੋਈ ਕਿਸੇ ਕੰਟਰੀ, ਤੇ ਫਾਦਰ ਸਾਹਿਬ ਨੇ ਤੇ ਮੇਰੇ ਪਿੰਡ ਦਾ ਹੀ ਮੇਰਾ ਬ੍ਰਦਰ, ਤੇ ਨਾਲ ਇੱਕ ਹੋਰ ਕੁੜੀ ਮੇਰੇ ਮਾਮੇ ਦੀ ਪੋਤੀ ਲੱਗਦੀ ਸੀ, ਉਹ ਰਿਸ਼ਤੇ 'ਚੋਂ। ਸਾਰਾ ਪਿੰਡ 'ਚ ਸਾਡੇ ਰਿਲੇਟਿਵਸ ਹੀ ਹੁੰਦੇ ਆ, ਮਾਮਾ ਆ, ਚਾਚਾ, ਤਾਇਆ, ਭੂਆ, ਫੁੱਫਾ, ਇਸ ਤਰੀਕੇ ਦੇ ਨਾਲ ਉੱਥੇ। ਤੇ ਅਸੀਂ ਦੋਨੋਂ ਕੁੜੀਆਂ ਤੇ ਉਹ ਮੇਰਾ ਬ੍ਰਦਰ ਸਾਨੂੰ ਲੈ ਕੇ ਗਿਆ, ਅਸੀਂ ਉੱਥੇ ਐਡਮਿਸ਼ਨ ਲੈ ਕੇ ਆਏ। ਤੇ ਬਹੁਤ ਖੁਸ਼ੀ ਹੋਈ ਮੈਨੂੰ ਕਿ ਘੱਟੋ ਘੱਟ ਮੈਂ ਭਾਵੇਂ ਪ੍ਰਾਈਵੇਟ ਮੈਂ ਆਪਣੀ ਐਡਮਿਸ਼ਨ ਲੈ ਲਈ, ਹੁਣ ਮੈਂ ਮਤਲਬ ਐਮਏ ਕਰ ਜਾਣੀ ਹੈਗੀ ਆ। ਲੇਕਿਨ ਉਹ ਕਰਦਿਆਂ ਕਰਦਿਆਂ ਮੇਰਾ ਫਿਰ ਐਗਜ਼ਾਮ ਆਉਣਾ ਸੀ ਜਦੋਂ, ਉਹ ਤੋਂ ਪਹਿਲਾਂ ਮੇਰੀ ਸ਼ਾਦੀ ਹੋ ਗਈ। ਮੇਰੇ ਫਾਦਰ ਸਾਹਿਬ ਨੂੰ ਬਹੁਤ ਸੀਗਾ ਕਿ ਚਲੋ ਕੋਈ ਗੱਲ ਨਹੀਂ, ਇੰਨਾ ਪੜ੍ਹ ਲਿਆ ਹੈਗਾ, ਮੇਰੇ ਬਾਕੀ ਬੱਚੇ ਵਿਆਹੇ ਆ, ਉਹਨਾਂ ਦੇ ਤਾਂ ਬੱਚੇ ਵੀ ਹੋ ਗਏ, ਤੂੰ ਮੇਰੀ ਛੋਟੀ ਬੇਟੀ ਆ ਤੇ ਹਾਲਾਤ ਬਹੁਤ ਮਾੜੇ ਹੈਗੇ ਆ, ਮੈਂ ਚਾਹੁੰਦਾ ਤੇਰੀ ਸ਼ਾਦੀ ਕਰ ਦਈਏ। ਤੇ ਮੈਂ ਫਾਦਰ ਸਾਹਿਬ ਦਾ ਉਹਦਾ ਕਹਿਣਾ ਨਹੀਂ ਸੀ ਕਦੀ ਮੋੜਿਆ, ਕਿਉਂਕਿ ਉਹ ਮੈਨੂੰ ਪਿਆਰ ਵੀ ਬਹੁਤ ਕਰਦੇ ਸੀਗੇ। ਤੇ ਮੈਂ ਵੈਸੇ ਉਹਨਾਂ ਨੂੰ ਕਿਹਾ ਵੀ ਅੱਛਾ ਕਿੱਥੇ ਕਰਨੀ ਸ਼ਾਦੀ, ਹੈ ਨਾ। ਤੇ ਉਹ ਕਹਿੰਦੇ ਮੁੰਡਾ ਬਾਹਰੋਂ ਆਇਆ, ਕੈਨੇਡਾ ਤੋਂ, ਤੇ ਇਹਨਾਂ ਦੇ ਪੇਰੈਂਟਸ ਆਲਰੇਡੀ ਮੇਰਾ ਜਿਹੜਾ ਮਹੱਲਾ ਹੈਗਾ, ਉਹ ਇੱਕ ਦੂਸਰੇ ਨੂੰ ਮੋਸਟਲੀ ਜਾਣਦੇ ਸੀ। ਮੇਰੇ ਡੈਡ ਵੀ ਥੋੜਾ ਜਾਣਦੇ ਸੀਗੇ। ਮੈਂ ਕਿਹਾ ਡੈਡੀ ਨੂੰ ਵੀ ਮੈਂ ਨਹੀਂ ਬਾਹਰ ਜਾਣਾ, ਆਲਰੇਡੀ ਤੁਹਾਡੀ ਬੇਟੀ ਇੱਕ ਹੈਗੀ ਇੰਗਲੈਂਡ, ਉਹ ਕੋਈ ਜ਼ਿਆਦਾ ਹੈਪੀ ਤਾਂ ਹੈ ਨਹੀਂ ਉੱਥੇ। ਉਹ ਕਹਿੰਦੀ ਇੱਥੇ ਹਾਲਾਤ ਬੜੇ ਮਾੜੇ ਆ, ਕੰਮ ਕਰਨੇ ਇੰਨੇ ਪੈਂਦੇ ਆ, ਮਤਲਬ ਇੰਡੀਆ ਵਾਲਾ ਸਿਸਟਮ ਤਾਂ ਹੈ ਨਹੀਂ, ਫਾਦਰ ਦੀ ਪ੍ਰੋਪਰਟੀ ਆ, ਤੇ ਹਨਾ ਮੈਨੂੰ ਇੱਥੇ ਰਹਿਣ ਦੇ, ਮੈਂ ਇੱਥੇ ਨੌਕਰੀ ਕਰਨੀ ਆ ਕੋਈ ਪੜ੍ਹ ਕੇ। ਡੈਡੀ ਕਹਿੰਦਾ ਪੁੱਤ ਮਾਹੌਲ ਨਹੀਂ ਠੀਕ ਹੈਗਾ, ਮਾਹੌਲ ਬਹੁਤ ਮਾੜਾ ਹੈਗਾ ਆ। ਚਲੋ ਕੋਈ ਗੱਲ ਨਹੀਂ, ਉਹ ਫੈਮਿਲੀ ਬਹੁਤ ਗੁੱਡ ਆ ਜਿੱਥੇ, ਮਤਲਬ ਰਿਸ਼ਤਾ ਜਿੱਥੋਂ ਆਇਆ ਨਾ, ਅਰੇਂਜ ਮੈਰਿਜ ਆ ਮੇਰੀ। ਤੇ ਮੈਂ ਫਿਰ ਡੈਡੀ ਨੂੰ ਕਿਹਾ ਕਿ ਜਦ ਤੁਸੀਂ ਆਪਣੇ ਮਨ 'ਚ ਸੋਚ ਹੀ ਲਿਆ, ਮੇਰਾ ਕਹਿਣਾ ਨਹੀਂ ਮੰਨਣਾ ਹੈਗਾ, ਵੀ ਵਿਆਹ ਕਰਨਾ ਹੀ ਆ, ਤਾਂ ਫਿਰ ਕਰ ਦੋ, ਹਨਾ, ਫਿਰ ਮੈਨੂੰ ਪੁੱਛੋ ਨਾ। ਤੇ ਫਿਰ ਉਹ ਵੀ ਆਪਣੀ ਮਰਜ਼ੀ ਕਰ ਜਾਂਦੇ ਸੀ। ਮੈਂ ਵੀ ਥੋੜਾ ਇਦਾਂ ਹੀ ਸੀ, ਜਿੱਦਾਂ ਮਾਨਿਆਵਰ ਕਾਂਸ਼ੀ ਰਾਮ ਦੀ ਲਹਿਰ ਤੋਂ ਇੰਨਾ ਮੇਰੇ 'ਚ ਉਹ ਹੋ ਗਈ ਸੀ ਫੀਲਿੰਗਸ ਪੈਦਾ, ਮੈਨੂੰ ਕੋਈ ਇਦਾਂ ਦੀ ਰਹੀ ਨਹੀਂ ਸੀ ਕਿ ਵਿਆਹ ਕਰਾਉਣਾ ਵੀ ਜ਼ਰੂਰੀ ਆ, ਪਰ ਪੇਰੈਂਟਸ ਕਰਦੇ ਆ, ਕੁੜੀਆਂ ਨੂੰ ਰੱਖਦੇ ਨਹੀਂ। ਸੋ ਵਿਆਹ ਵੀ ਕਰਾਉਣਾ ਤਾਂ ਕੋਈ ਜ਼ਰੂਰੀ ਨਹੀਂ ਮੁੰਡੇ ਨੂੰ ਦੇਖਣਾ ਹੈਗਾ, ਦੇਖ ਕੇ ਵਿਆਹ ਹੋਣਾ, ਜੋ ਮਾਮ ਡੈਡ ਨੇ ਕਹਿਤਾ ਹਨਾ। ਤੇ ਫਿਰ ਮੇਰੇ ਅੰਦਰ ਇੱਕ ਵਿਆਹ ਤੋਂ ਪਹਿਲਾਂ ਇਹ ਸੀ ਕਿ ਵਿਆਹ ਜੇ ਮੇਰਾ ਕਾਰਨਾ ਜੇ ਕਰਾਉਣਾ, ਤੇ ਮੈਂ ਡੌਰੀ ਸਿਸਟਮ ਦੇ ਖਿਲਾਫ ਆ, ਮੈਂ ਲੈਣਾ ਕੁਛ ਨਹੀਂ। ਤਾਂ ਮੇਰਾ ਡੈਡੀ ਕਹਿੰਦਾ ਤੁਸੀਂ ਸਭ ਤੋਂ ਛੋਟੇ ਆ, ਤੇਰੇ ਭੈਣਾਂ ਭਰਾ ਇੰਨੇ ਆ, ਵੱਡੇ ਆ, ਬਾਹਰਲੀਆਂ ਕੰਟਰੀਆਂ 'ਚ ਰਹਿੰਦੇ ਆ, ਤੇ ਸਾਨੂੰ ਤਾਂ ਲੋਕੀ ਕੀ ਕਹਿਣਗੇ, ਨਿੱਕੀ ਕੁੜੀ ਜਿਹੜੀ ਸਭ ਤੋਂ ਛੋਟੀ ਵਿਆਹੀ, ਉਹਨੂੰ ਕੁਛ ਦਿੱਤਾ ਨਹੀਂ ਹੈ ਨਾ, ਕੋਈ ਗੋਲਡ ਜੇ ਸਮਾਨ ਸਮੂਨ। ਮੈਂ ਕਿਹਾ ਵੀ ਤੁਸੀਂ ਜਿਹੜਾ ਪਾਲ ਕੇ ਇੰਨਾ ਵੱਡਾ ਕੀਤਾ, ਕਿਉਂਕਿ ਮੇਰੇ 'ਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਜਿਹੜੀ ਇੱਕ ਗੱਲ ਸੀਗੀ, ਉਹ ਮਾਨਿਆਵਰ ਕਾਂਸ਼ੀ ਰਾਮ ਜੀ ਨੇ ਹੀ, ਮੈਂ ਉਹਨਾਂ ਦਾ ਹੀ ਨਾਂ ਪਹਿਲਾਂ ਲਿਆ ਹੈਗਾ ਇਸੇ ਕਰਕੇ, ਕਿਉਂਕਿ ਉਹਨਾਂ ਨੇ ਅੰਦਰ ਸਾਡੇ ਉਹ ਆਪਣੇ ਜਿਹੜੇ ਉਹਨਾਂ ਦੀ ਗੱਲਬਾਤ ਕਰਦੇ ਸੀ, ਜਿਹੜੇ ਉਹ ਕੇਡਰ ਦਿੰਦੇ ਸੀ, ਜਿਹੜੀ ਉਹਨੇ ਇੱਕ ਲਹਿਰ ਪੈਦਾ ਕੀਤੀ, ਉਸ ਲਹਿਰ 'ਚੋਂ ਉਹ ਸਾਡੇ ਵਿੱਚ ਭਰ ਦਿੱਤੀ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਿਹੜੇ ਇੰਡੀਆ ਦੇ ਮਤਲਬ ਇੱਕ ਸਪੂਤ ਹੈਗੇ ਆ, ਉਹਨਾਂ ਨੇ ਇੰਡੀਆ ਦਾ ਕੌਨਸਟੀਟਿਊਸ਼ਨ ਲਿਖਿਆ, ਉਹਨੇ ਕਿੰਨਾ ਕੰਮ ਕੀਤਾ ਹੈਗਾ। ਉਹ ਜਦੋਂ ਸਾਰਾ ਹੀ ਪੜ੍ਹਿਆ, ਜਦੋਂ ਪੜ੍ਹਾਉਂਦੇ ਗਏ, ਜਦੋਂ ਸਾਰਾ ਜਾਣਿਆ, ਜਦੋਂ ਦੇਖਿਆ, ਉਦੋਂ ਮਤਲਬ ਮਹਿਸੂਸ ਹੋਇਆ ਕਿ
ਵੀ ਹਾਂ ਸਾਨੂੰ ਕੁੜੀਆਂ ਨੂੰ ਉਹਨੀ ਰਾਈਟ ਦਿੱਤੇ ਆ ਇੰਨੇ ਕਿ ਪੜ੍ਹੋ ਲਿਖੋ ਆਪਣਾ ਹਰ ਤਰ੍ਹਾਂ ਦੇ, ਕੁੜੀ ਵੀ ਸੇਮ ਹੀ ਆ, ਪਰ ਕੁੜੀਆਂ ਨੂੰ ਇਹ ਦਾਜ ਨਹੀਂ ਲੈਣਾ ਚਾਹੀਦਾ, ਆਪਣਾ ਪੜ੍ਹ ਕੇ ਆਪ ਕੁਝ ਕਰਨਾ ਚਾਹੀਦਾ ਹੈਗਾ। ਸੋ ਇਸ ਤਰ੍ਹਾਂ ਦਾ ਮੇਰਾ ਸੀਗਾ, ਤੇ ਮੇਰੇ ਪੇਰੈਂਟਸ ਨੂੰ ਬੜਾ ਮੈਨੂੰ ਮਤਲਬ ਕਨਵਿੰਸ ਕਰਨਾ ਪਿਆ। ਤਾਂ ਨੈਚੁਰਲੀ ਜਿੱਥੇ ਮੇਰਾ ਵਿਆਹ ਹੋਇਆ ਉਹ ਆਲਰੇਡੀ ਪਹਿਲਾਂ ਹੀ ਬਾਬਾ ਸਾਹਿਬ ਨੂੰ ਵੀ ਮੰਨਦੇ ਸੀ, ਔਰ ਮਾਨਯਵਰ ਕਾਂਸ਼ੀ ਰਾਮ ਜੀ ਦੇ ਮੇਰੇ ਹਸਬੈਂਡ ਸਟੂਡੈਂਟ ਵੀ ਰਹੇ, ਇੱਕ ਤਰ੍ਹਾਂ ਦੇ ਨਾਲ ਕੰਮ ਕੀਤਾ ਆ ਉਹਨਾਂ ਨੇ। ਜਦੋਂ ਮੇਰੇ ਪਿੰਡ ਵਾਲਿਆਂ ਨੇ ਮੈਨੂੰ ਦੱਸਿਆ ਕਿ ਬੇਸ਼ੱਕ ਤੂੰ ਲੜਕੇ ਨੂੰ ਦੇਖ ਜਾਂ ਨਾ ਦੇਖ, ਪਰ ਉਹ ਮਾਨਯਵਰ ਕਾਂਸ਼ੀ ਰਾਮ ਜੀ ਦੇ ਨਾਲ ਕੰਮ ਕਰਦਾ ਹੈਗਾ ਆ। ਉਹ ਮਾਨਯਵਰ ਕਾਂਸ਼ੀ ਰਾਮ ਜੀ ਨੇ ਮਤਲਬ ਪੂਰੇ ਇੰਡੀਆ ਦੇ ਵਿੱਚ ਇੱਕ ਸਾਈਕਲ ਮਾਰਚ ਕੀਤਾ ਸੀਗਾ, ਤੇ ਸਾਰੇ ਲੋਕਾਂ ਨੂੰ ਕਿਹਾ ਸੀ ਦਿੱਲੀ ਇਕੱਠੇ ਹੋਣਾ ਆਪਾਂ, ਹਰ ਏਰੀਆ 'ਚੋਂ ਤੁਸੀਂ ਆਉਣਾ ਹੈਗਾ, ਜਿੱਦਾਂ ਪੰਜਾਬ ਤੋਂ ਪੰਜਾਬ ਕਸ਼ਮੀਰ ਟੂ ਕੰਨਿਆ ਕੁਮਾਰੀ ਤੱਕ, ਹੈ ਨਾ, ਔਰ ਨਾਰਥ ਸਾਊਥ ਈਸਟ ਵੈਸਟ ਦੇ ਸਾਰੇ ਲੋਕਾਂ ਨੂੰ। ਫਿਰ ਸਾਈਕਲ ਮਾਰਚ ਤੇ ਲੋਕ ਪਹੁੰਚੇ ਸੀ ਦਿੱਲੀ, ਉਹਦੇ 'ਚ ਮੇਰੇ ਹਸਬੈਂਡ ਨੇ ਵੀ ਸਾਈਕਲ ਮਾਰਚ ਉਸ ਸਮੇਂ 'ਚ ਕੀਤਾ। ਸੋ ਜੰਗ ਸੀਗੇ ਜਿੱਦਾਂ, ਹੈ ਨਾ, ਜਿੱਦਾਂ ਕੈਨੇਡਾ ਨਹੀਂ ਸੀ ਆਈ ਉਹ ਤੋਂ ਪਹਿਲਾਂ ਇਹਨਾਂ ਨੇ ਵੀ BSP BOMSEF ਤੇ DS4 'ਚ ਕੰਮ ਕੀਤਾ ਹੈਗਾ, ਉਹ ਵੀ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਲ। ਮੇਰੇ ਕੋਲ ਫੋਟੋ ਵੀ ਹੈਗੀ ਆ। ਅਸੀਂ ਉਹਨਾਂ ਜ਼ਮਾਨਿਆਂ 'ਚ ਫੋਟੋ ਨਹੀਂ ਸੀ ਕਰਦੇ, ਅੱਜ ਤਾਂ ਫੋਟੋ ਸ਼ੂਟ ਤੇ ਲੋਕ ਹੋਏ ਆ ਨਾ, ਅਸੀਂ ਪ੍ਰੈਕਟੀਕਲੀ ਕੰਮ ਕੀਤਾ ਹੈਗਾ। ਤੇ ਜਦੋਂ ਮੁੰਡਿਆਂ ਨੇ ਮੈਨੂੰ ਦੱਸਿਆ, ਪਿੰਡ ਦਿਆਂ ਨੇ, ਭਰਾਵਾਂ ਨੇ, ਜਿਨ੍ਹਾਂ ਨਾਲ ਮੈਂ ਜੰਗ ਮਤਲਬ ਕੰਮ ਕਰਦੀ ਸੀਗੀ ਜੰਗ ਬਲੱਡ ਦੇ ਵਿੱਚ ਐਜ਼ ਆ ਸਿਟੀ ਦੀ ਕੁੜੀ ਹੋਣ ਦੇ ਨਾਂ ਤੇ, ਕੁੜੀਆਂ ਦੇ ਨਾਲ ਜਾਂ ਸਾਡੀਆਂ ਬਹੂਆਂ ਜਿਹੜੀਆਂ ਹੁੰਦੀਆਂ, ਜਿਹੜੀਆਂ ਮੈਰਿਡ ਹੋ ਕੇ ਵਿਲੇਜ ਵਿੱਚ ਆਈਆਂ ਹੁੰਦੀਆਂ, ਉਹਨਾਂ ਦੇ ਨਾਲ, ਭਾਬੀਆਂ ਦੇ ਨਾਲ, ਅਸੀਂ ਭਾਬੀ ਕਹਿੰਦੇ ਉਹਨਾਂ ਨੂੰ, ਬ੍ਰਦਰ ਦੀ ਵਾਈਫ, ਤੇ ਉਹਨਾਂ ਦੇ ਨਾਲ ਅਸੀਂ ਕੁੜੀਆਂ ਵੀ ਹੁੰਦੀਆਂ ਸੀ। ਤੇ ਉਹ ਮੁੰਡੇ ਜਿਹੜੇ ਮੇਰੇ ਪਿੰਡ ਦੇ, ਉਹ ਦੱਸਦੇ ਸੀ ਕਿ ਉਹ ਲੜਕਾ ਬਹੁਤ ਡੈਡੀਕੇਟਡ ਆ ਅੰਬੇਡਕਰ ਦੇ ਮਿਸ਼ਨ ਨੂੰ, ਤੇ ਸਾਹਿਬ ਕਾਂਸ਼ੀ ਰਾਮ ਜੀ ਦੀ ਮੂਵਮੈਂਟ 'ਚ ਵੀ ਉਹ ਕੰਮ ਕਰਦਾ ਹੈਗਾ। ਦੈਨ ਫਿਰ ਮੈਂ ਸੋਚਿਆ ਕਿ ਹੁਣ ਦੇਖਣਾ ਕੀ ਆ ਉਹਦਾ, ਹੈ ਨਾ, ਹੁਣ ਗੱਲ ਕੀ ਕਰਨੀ ਆ, ਫਿਰ ਤਾਂ ਸੇਮ ਸਾਡੇ ਵਿਊ ਮਿਲਦੇ ਹੋਣੇ ਆ, ਫਿਰ ਕੋਈ ਗੱਲ ਨਹੀਂ, ਫਾਦਰ ਕਹਿੰਦੇ ਆ ਤਾਂ ਸ਼ਾਦੀ। ਪਰ ਮੇਰਾ ਜਿਹੜਾ ਇੱਕ ਸੀਗਾ ਬਾਹਰ ਨਹੀਂ ਆਉਣਾ, ਉਹ ਮੈਂ ਆਪਣੇ ਪਿਤਾ ਜੀ ਦਾ ਕਹਿਣਾ ਨਹੀਂ ਮੋੜਿਆ, ਤੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਾਹਰ ਮੇਰੀ ਸ਼ਾਦੀ ਹੋ ਗਈ। ਮੇਰੀ ਪੜ੍ਹਾਈ ਤੋਂ ਉਹ ਜਿਹੜੇ ਮੈਂ 15ਵੀਂ ਦਾ ਐਗਜ਼ਾਮ ਦੇਣਾ ਸੀ, ਉਹ ਐਗਜ਼ਾਮ ਰਹਿ ਗਿਆ ਮੇਰਾ 18 ਜਨਵਰੀ 1993 ਨੂੰ ਮੇਰੀ ਸ਼ਾਦੀ ਹੋ ਗਈ ਜਿੱਦਾਂ। ਤਾਂ ਫਿਰ ਸ਼ਾਦੀ ਤੋਂ ਬਾਅਦ ਹੀ ਸਮਝ ਲਓ ਵੀ ਮੈਂ ਜਦੋਂ ਕੈਨੇਡਾ ਦਾ ਮੇਰੇ ਹਸਬੈਂਡ ਆ ਗਏ ਸ਼ਾਦੀ ਕਰਕੇ, ਕੈਨੇਡਾ ਦਾ ਜਿਹੜਾ ਕੰਮ ਬਣਿਆ, ਉਸ ਤੋਂ ਬਾਅਦ ਜਿਹੜਾ ਟਾਈਮ ਲੱਗਿਆ ਮੈਨੂੰ ਸਪੌਂਸਰ ਦਾ ਐਜ਼ ਅ ਵਾਈਫ 6 7 8 ਮਹੀਨੇ, ਤਾਂ ਮੈਂ ਅਕਤੂਬਰ ਦੀ 10 ਤਰੀਕ ਨੂੰ ਮੈਂ 93 'ਚ ਹੀ ਕੈਨੇਡਾ ਪਹੁੰਚ ਗਈ ਸੀ। ਤੇ ਮੈਂ ਫਿਰ ਮਤਲਬ ਪ੍ਰੈਗਨੈਂਟ ਵੀ ਹੋ ਗਈ ਸੀ ਇੰਡੀਆ। ਤੇ ਫਿਰ ਮੇਰੀ ਬੇਬੀ ਜਿਹੜੀ ਹੈਗੀ ਆ, ਫਸਟ ਮੇਰੀ ਬੇਬੀ ਗਰਲ, ਉਹ 29 ਨਵੰਬਰ ਤੇ 1993 ਨੂੰ ਬੋਰਨ ਹੋਈ ਸੀ ਇੱਥੇ। ਤੇ ਇੰਡੀਆ ਤੋਂ ਤੇ ਕੈਨੇਡਾ ਦੇ ਆਉਣ ਦਾ ਜਿਹੜਾ ਫਾਸਲਾ ਹੈ, ਜਿਹੜਾ ਮੈਨੂੰ ਜਿੱਦਾਂ ਜਿਹੜੀ ਮੈਂ ਉੱਥੇ ਗੱਲ ਸਿੱਖੀ ਸੀਗੀ, ਉੱਥੇ ਸਾਨੂੰ ਸਾਹਿਬ ਕਾਂਸ਼ੀ ਰਾਮ ਜੀ ਨੇ ਇੱਕ ਸਲੋਗਨ ਦਿੱਤਾ ਸੀਗਾ, ਜੈ ਭੀਮ ਦਾ। ਮਤਲਬ ਜੈ ਭੀਮ ਜਿਹੜੀ ਆ ਉਹ ਮਤਲਬ ਅੰਬੇਡਕਰ ਦੀ ਜੈ, ਵੀ ਅਗਰ ਮੈਨੂੰ ਐਜ਼ ਅ ਵੂਮਨ ਰਾਈਟ ਮਿਲਿਆ ਹੈਗਾ ਪੜ੍ਹਨ ਦਾ, ਤੇ ਉਹ ਅੰਬੇਡਕਰ ਕਰਕੇ ਮਿਲਿਆ। ਅਗਰ ਮੈਨੂੰ ਵੋਟ ਦਾ ਰਾਈਟ ਮਿਲਿਆ ਤਾਂ ਅੰਬੇਡਕਰ ਕਰਕੇ ਮਿਲਿਆ, ਹੋਰ ਕਿਸੇ ਨੇ ਨਹੀਂ ਦਿੱਤਾ। ਡਾਈਵੋਰਸ ਦਾ ਮਤਲਬ ਜਿੰਨੇ ਵੀ ਇੱਕ ਵੂਮਨ ਨੂੰ ਰਾਈਟ ਮਿਲੇ ਹੈਗੇ ਆ, ਉਹ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਕਰਕੇ ਮਿਲੇ ਹੈਗੇ ਆ, ਉਹ ਕਿਸੇ ਹੋਰ ਦੀ ਵਜ੍ਹਾ ਕਰਕੇ ਨਹੀਂ ਮਿਲੇ। ਮਿਲੇ ਵੀ ਹੋਣਗੇ, ਕੀਤਾ ਵੀ ਹੋਏਗਾ ਕਿਸੇ ਨੇ ਕੁਝ, ਪਰ ਰਾਈਟਿੰਗ ਵਿੱਚ ਅਗਰ ਕੁਝ ਮਿਲਿਆ ਤਾਂ ਤੁਹਾਨੂੰ ਪਤਾ ਹੋਣਾ ਮੈਡਮ, ਜਿਹੜੀ ਕਾਨੂੰਨ ਕਿਸੇ ਵੀ ਦੇਸ਼ ਦਾ ਰਾਈਟਿੰਗ 'ਚ ਹੁੰਦਾ ਉਹਨੂੰ ਹੀ ਮੰਨਿਆ ਜਾਂਦਾ। ਅਗਰ ਕੋਈ, ਮੈਂ ਰਿਲੀਜਨ ਬੇਸ ਤੇ ਬਹੁਤ ਅੱਗੇ ਵੀ ਹੋਵਾਂ, ਮੈਂ ਰਿਲੀਜਨ ਤੇ ਕਿਸੇ ਨੂੰ ਕੋਈ ਗੱਲ ਕਹਾਂ, ਕੋਈ ਮੰਨਦਾ ਨਹੀਂ ਹੈਗਾ ਨਾ, ਲਾਅ ਦੇਖਦੇ ਆ, ਕਹਿੰਦੇ ਲਾਅ 'ਚ ਕੀ, ਲੇਕਿਨ ਲਾਅ ਜਿਹੜਾ ਕੌਨਸਟੀਟਿਊਸ਼ਨ 'ਚ ਲਿਖਿਆ, ਉਹ 'ਚੋਂ ਜਿਹੜੇ ਮੈਨੂੰ ਰਾਈਟ ਮਿਲੇ ਹੈਗੇ, ਉਸ ਰਾਈਟ ਦੀ ਬਦੌਲਤ ਮੇਰੇ 'ਚ ਇੱਕ ਹੋਰ ਫੀਲਿੰਗਸ ਵਧੀਆ ਪੈਦਾ ਹੋਈ ਗੱਲਬਾਤ ਕਰਨ ਦੀ। ਦੂਸਰਾ ਮੈਨੂੰ ਅੰਬੇਡਕਰ ਕਾਂਸ਼ੀ ਰਾਮ ਜੀ ਨੇ ਦਿੱਤਾ। ਤੀਸਰੀ ਉਹਨਾਂ ਨੇ ਇੱਕ ਪੋਲੀਟੀਕਲ ਪਾਰਟੀ ਜਿਹੜੀ ਬਣਾਈ, ਉਹਦੇ ਨਾਲ ਜਿਹੜਾ ਹੈਗਾ ਸੀਗਾ, ਉਹਦੇ 'ਚ ਮਤਲਬ ਇੱਦਾਂ ਆਪਣੇ ਆਪ ਨੂੰ ਲੱਗਦਾ ਸੀ ਕਿ ਆਪਾਂ ਵੀ ਕਿਸੇ ਤੋਂ ਘੱਟ ਨਹੀਂ ਹੈਗੇ, ਜਿੱਦਾਂ ਨਾ ਵੀ ਵੂਮਨ ਕੋਈ ਜ਼ਰੂਰੀ ਨਹੀਂ ਬੰਦੇ ਕਿ ਮਰਦ ਤੋਂ ਡਰਨਾ ਹੈਗਾ, ਜਿੱਦਾਂ ਵੂਮਨ ਤੇ ਮਰਦ ਇਟਸ ਸੇਮ ਇਕੁਅਲੀ ਹੈਗੇ ਆ। ਤਾਂ ਉਹ ਜਿਹੜਾ ਮੇਰਾ ਸਲੋਗਨ ਸੀਗਾ, ਉਹ ਇੰਡੀਆ ਦੀ ਜੰਗ ਏਜ ਤੋਂ ਹੀ, ਜਿੱਦਾਂ ਮੈਂ ਤੁਹਾਨੂੰ ਦੱਸਿਆ 15 16 ਸਾਲ ਦੀ, 12 13 ਸਾਲ ਤੋਂ ਲੈ ਕੇ 15 16 ਸਾਲ ਦੀ ਉਮਰ ਦੇ ਵਿੱਚ, 18 ਸਾਲ ਦੀ ਉਮਰ ਤੱਕ, 20 ਈਅਰ ਤੱਕ ਸਕੂਲ ਟੂ ਕਾਲਜ ਪੜ੍ਹਦਿਆਂ ਉਹ ਜੈ ਭੀਮ ਇੰਨਾ ਰੱਟ ਗਿਆ ਕਿ ਮੈਨੂੰ ਜੈ ਭੀਮ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਸੀ ਆਉਂਦੀ। ਜਿੱਦਾਂ ਪਿੰਡ ਦੇ ਸਾਰੇ ਹੀ ਲੋਕਾਂ ਨੂੰ ਜਦੋਂ ਲੰਘਣਾ ਕਾਲਜ ਜਾਂਦਿਆਂ ਸਾਈਕਲ ਤੇ, ਕੋਈ ਮੁੰਡੇ ਖੜੇ ਹੋਣੇ ਪਿੰਡ ਵਾਲੇ, ਜਿੱਦਾਂ ਮੈਂ ਦੱਸਿਆ ਸੀ ਰੈਲੇਟਿਵਸ ਹੀ ਮੰਨਦੇ ਆ, ਜਾਂ ਕੋਈ ਵੀ ਜਾਂਦਿਆਂ ਵੀ ਮਤਲਬ ਸਾਈਕਲ ਤੇ ਜਾਂਦੀ ਹੁੰਦੀ ਸੀ ਮੈਂ,
ਤੇ ਸਾਈਕਲ ਤੇ ਜਾਂਦਿਆਂ ਵੀ ਜਿਹੜਾ ਖੜਾ ਹੋਣਾ ਉਹਨੂੰ ਕਹਿਣਾ ਜੈ ਭੀਮ ਜੈ ਭੀਮ। ਤੇ ਉਹਦੇ ਨਾਲ ਮੈਨੂੰ ਇੱਕ એનર્ਜੀ ਮਿਲਦੀ ਸੀਗੀ। ਤਾਂ ਉਹੋ ਹੀ ਫਿਰ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਇੱਥੇ ਆ ਗਈ, ਤੇ ਇੱਥੇ ਆ ਕੇ ਵੀ ਮੈਂ ਸਭ ਤੋਂ ਪਹਿਲਾਂ ਮੇਰੇ ਹਸਬੈਂਡ ਸਾਡੇ ਇੱਥੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਐਂਡਮੈਂਟ ਤੇ ਸੀਗਾ ਛੋਟਾ ਜਿਹਾ, ਕਹਿੰਦੇ ਵੀ ਪਹਿਲਾਂ ਉੱਥੇ ਜਾਣਾ ਆਪਣਾ ਇੱਕ ਗੁਰਦੁਆਰਾ। ਮੈਂ ਕਿਹਾ ਬਿਲਕੁਲ। ਤੇ ਅਸੀਂ ਗਏ ਤੇ ਮੈਂ ਉੱਥੇ ਜੈ ਭੀਮ ਬੋਲਿਆ ਸਾਰਿਆਂ ਨੂੰ, ਮੇਰਾ ਸਲੋਗਨ ਸੀ। ਤੇ ਮੈਨੂੰ ਜਿਹੜੇ ਇੱਥੇ ਵੀ ਪਹਿਲੇ ਮੇਰੇ ਤੋਂ ਰਹਿੰਦੇ ਲੋਕ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਜਿਹਨੇ ਪੜ੍ਹਿਆ ਸੀਗਾ ਜਾਂ ਉਹਨਾਂ ਨੇ ਉਸ ਤਰੀਕੇ ਦੇ ਕੰਮ ਉਹ ਕਰਦੇ ਸੀ ਸੋਸ਼ਲ ਐਮਪਾਵਰਮੈਂਟ ਵਾਸਤੇ, ਉਹਨਾਂ ਨੇ ਤਾਂ ਮੈਨੂੰ ਜੈ ਭੀਮ ਦਾ ਜਵਾਬ ਦਿੱਤਾ। ਪਰ ਬਾਕੀ ਉਹ ਜਿਹੜੀ ਮੈਂ ਕਹਾਂ ਮੇਰੀ ਕਮਿਊਨਿਟੀ ਦੇ ਲੋਕ ਸੀਗੇ, ਉਹ ਜੈ ਭੀਮ ਨੂੰ ਇਦਾਂ ਮੇਰਾ ਦੇਖ ਕੇ ਤਾਂ ਇਦਾਂ ਮੇਰੇ ਮੂੰਹ ਵੱਲ ਦੇਖਦੇ ਸੀਗੇ। ਤੇ ਕਈਆਂ ਨੇ ਪੁੱਛਿਆ ਕਿ ਹੂ ਸ਼ੀ, ਕਿਉਂਕਿ ਫਸਟ ਟਾਈਮ ਮੈਂ ਗਈ ਹੈਗੀ ਆ ਨਾ। ਤੇ ਉਹ ਇੱਕ ਦੂਸਰੇ ਨੇ ਦੱਸਿਆ ਕਿ ਇਹ ਸੁਤੇ ਪ੍ਰਕਾਸ਼ ਅਹੀਰ ਜਿਹੜੇ ਹੈਗੇ ਉਹਦੀ ਵਾਈਫ ਹੈਗੀ ਆ। ਤੇ ਸੁਤੇ ਪ੍ਰਕਾਸ਼ ਮੇਰੇ ਹਸਬੈਂਡ ਤੇ ਉਹਨਾਂ ਦੇ ਬ੍ਰਦਰ ਜਿਨ੍ਹਾਂ ਨੇ ਉਹਨਾਂ ਨੂੰ ਸਪਾਂਸਰ ਕੀਤਾ ਸੀ ਇੱਥੇ ਕੈਨੇਡਾ, ਉਹ ਬਹੁਤ ਦੇਰ ਦੇ ਰਹਿੰਦੇ, ਆਲਮੋਸਟ 1970 ਦੇ ਰਹਿੰਦੇ ਹੈਗੇ ਆ। ਉਹਨਾਂ ਦਾ ਨਾਂ ਸੀਤਾਰਾਮ ਅਹੀਰ। ਤੇ ਉਹਨਾਂ ਦੀ ਬਦੌਲਤ ਅਸੀਂ ਇੱਥੇ ਕੈਨੇਡਾ 'ਚ ਹੈਗੇ। ਉਹਨੇ ਆਪਣੇ ਬ੍ਰਦਰ ਨੂੰ ਪੇਰੈਂਟਸ ਦੇ ਨਾਲ ਸਪਾਂਸਰ ਕੀਤਾ ਸੀਗਾ। ਤੇ ਸੀਤਾਰਾਮ ਅਹੀਰ ਇੱਕ ਬਹੁਤ ਮਤਲਬ ਜਿਹਨੂੰ ਸਟੋਨ 'ਚ ਆਪਾਂ ਅੰਬੇਡਕਰਾਈਟ ਕਹਿ ਸਕਦੇ ਹਾਂ, ਤੇ ਬੁੱਧਿਸਟ ਵੀ ਉਹ ਸੀ, ਉਹਨੂੰ ਸਾਰੇ ਜਾਣਦੇ ਸੀਗੇ। ਉਹਨੇ ਆਲਰੇਡੀ ਅੰਬੇਡਕਰ ਦੀ ਲਹਿਰ ਇੱਥੇ ਬਹੁਤ ਚਲਾਈ ਹੈਗੀ ਆ। ਤਾਂ ਉਹ ਫਿਰ ਮੇਰਾ ਰੈਫਰੈਂਸ ਦੇਣ ਦੇ ਲਈ ਉੱਥੇ ਕਮਿਊਨਿਟੀ 'ਚ ਕਈਆਂ ਨੇ ਕਿਹਾ ਕਿ ਇਹ ਸੀਤਾਰਾਮ ਅਹੀਰ ਦਾ ਬ੍ਰਦਰ ਹੈ ਸੁਤੇ ਪ੍ਰਕਾਸ਼, ਤੇ ਇਹ ਉਹਦੀ ਵਾਈਫ ਹੈਗੀ ਆ। ਤਾਂ ਮੈਂ ਫਿਰ ਗੁਰਦੁਆਰੇ ਵੀ ਜਾਵਾਂ ਜਾਂ ਕਿਤੇ ਵੀ, ਮੈਂ ਆਪਣਾ ਇੰਡੀਆ ਵਾਲਾ ਸਲੋਗਨ ਨਹੀਂ ਇੱਥੇ ਛੱਡਿਆ ਅੱਜ ਤੱਕ। ਜਿੱਦਾਂ ਨਾ ਰਿਸਪੈਕਟ ਮੈਂ ਜਿਸ ਤਰੀਕੇ ਦਾ ਮੋਰੇ ਕੋਈ ਭੈਣ ਭਰਾ ਮਿਲਦਾ ਹੈ, ਚਾਹੇ ਉਹ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦਾ, ਮੈਂ ਉਹਨਾਂ ਦੀ ਵੀ ਰਿਸਪੈਕਟ ਕਰਦੀ ਹਾਂ। ਪਰ ਮੈਂ ਆਪਣਾ ਸਲੋਗਨ ਵੀ ਨਾਲ ਕਹਿੰਦੀ, ਕਿਉਂਕਿ ਮੈਨੂੰ ਜਿਹੜਾ ਮੇਰੀ ਆਇਡੈਂਟੀਟੀ ਆ ਇਹ ਜਿੱਦਾਂ ਮੈਂ ਫੀਲ ਕਰ ਲਿਆ ਉਦੋਂ ਤੋਂ ਕਿ ਜਿਹੜਾ ਜੈ ਭੀਮ ਆ, ਜਿਹੜਾ ਅੰਬੇਡਕਰਿਜ਼ਮ ਹੈ, ਇਹ ਮੇਰੀ ਆਇਡੈਂਟੀਟੀ ਆ। ਅਸੀਂ ਉੱਥੇ ਇੰਡੀਆ ਦੇ ਵਿੱਚ ਜਿਹੜੀ ਇੱਕ ਵਰਣ ਵਿਵਸਥਾ ਹੈਗੀ ਆ ਉਹ ਇੰਡੀਆ ਦੇ ਵਿੱਚ ਆ। ਉੱਥੋਂ ਇਹ ਪਤਾ ਲੱਗਦਾ ਕਿ ਇੱਥੇ ਜਾਤਾਂ ਪਾਤਾਂ ਆ, ਜਿੱਦਾਂ ਇਹ ਉੱਚੀ ਜਾਤ, ਇਹ ਛੋਟੀ ਜਾਤ। ਪਰ ਅਸੀਂ ਪੜ੍ਹਦਿਆਂ ਨੇ ਨਹੀਂ ਇਹ ਮਹਿਸੂਸ ਨਹੀਂ ਸੀ ਕੀਤਾ। ਮੈਂ ਇਹ ਕਹਿ ਸਕਦੀ ਹਾਂ ਕਿ ਮੈਂ ਕਦੀ ਮਹਿਸੂਸ ਨਹੀਂ ਸੀ ਕੀਤਾ, ਕਿਉਂਕਿ ਮੇਰੇ ਫਾਦਰ ਕੋ ਮੇਰੀ ਸਿਟੀ ਦੇ ਬ੍ਰਾਹਮਣ, ਖੱਤਰੀ ਤੇ ਪਿੰਡਾਂ ਦੇ ਜੱਟ, ਰਾਮਗੜੀਏ ਲੋਕ, ਜਿੰਨੀਆਂ ਵੀ ਇਹ ਜਾਤਾਂ ਬਣਾ ਕੇ ਰੱਖੀਆਂ ਇੰਡੀਆ 'ਚ, ਰਾਈਟਿੰਗ 'ਚ ਸਟਿਲ ਐਗਜ਼ਿਸਟ ਕਰਦੀਆਂ, ਉਹ ਸਾਰੇ ਲੋਕ ਸਾਡੇ ਘਰ ਆਉਂਦੇ ਸੀ। ਅਸੀਂ ਵੀ ਜਾਂਦੇ ਸੀ ਜਿੱਦਾਂ ਐਜ਼ ਆ ਫੈਮਿਲੀ ਦੀ ਤਰ੍ਹਾਂ, ਨਾਟ ਕੋਈ ਕੰਮ ਕਰਨ। ਅਸੀਂ ਕੰਮ ਨਹੀਂ ਇੱਦਾਂ ਕੋਈ ਕੀਤਾ, ਖੇਤਾਂ 'ਚ ਕੋਈ ਦਿਹਾੜੀ ਨਹੀਂ ਕੀਤੀ, ਜਿੱਦਾਂ ਲੇਬਰ ਪਰਸਨ ਵਾਲਾ ਕੰਮ ਨਹੀਂ ਕੀਤਾ, ਕਿਉਂਕਿ ਮੇਰੇ ਫਾਦਰ ਸਾਹਿਬ ਦਾ ਹੀ ਕੰਮ ਇੱਦਾਂ ਸੀ। ਉਹਨਾਂ ਨੇ ਆਪਣੇ ਬੱਚਿਆਂ ਨੂੰ ਪਾਲਿਆ ਪੜ੍ਹਾਇਆ। ਮੇਰੇ 2 ਭੈਣ ਭਰਾ ਨਹੀਂ ਪੜ੍ਹੇ, ਕਿਉਂਕਿ ਉਹ ਘਰ ਦਾ ਨਾਲ ਡੈਡੀ ਦੇ ਕੰਮ ਕਰਾਉਂਦੇ ਰਹੇ ਹੈਗੇ ਆ। ਇਸ ਕਰਕੇ ਅਸੀਂ, ਲੇਕਿਨ ਸਾਡਾ ਪਿਆਰ ਹੀ ਇੰਨਾ ਸੀ ਕਿ ਅਸੀਂ ਤਾਂ ਫੈਮਿਲੀ ਵਾਂਗੂ ਉਹ ਡੀਲ ਕਰਦੇ ਸੀ, ਜਿੱਦਾਂ ਕਿ ਇਹ ਸਾਰੀ ਸਾਡੀ ਫੈਮਿਲੀ ਆ ਨਾ। ਉਹਨਾਂ ਨੂੰ ਵੀ ਤਾਇਆ ਚਾਚਾ ਹੀ, ਉਹ ਵੀ ਸਾਨੂੰ ਇੱਦਾਂ ਹੀ। ਤੇ ਉਹ ਮੈਂ ਮਹਿਸੂਸ ਮਤਲਬ ਉੱਥੇ ਨਾਲੋਂ ਜਿਹੜੀ ਜਾਤ ਪਾਤ ਹੈ ਇੰਡੀਆ 'ਚ ਤਾਂ ਹੈਗੀ ਆ। ਇੰਡੀਆ 'ਚ ਤਾਂ ਤੁਹਾਨੂੰ ਆਪਣੇ ਏਰੀਏ ਤੋਂ, ਸਿਟੀ ਤੋਂ ਪਤਾ ਲੱਗਦਾ ਕਿ ਉਹ ਜਿਹੜੇ ਘਰ ਹੈ, ਜਿਹੜੀ ਬਸਤੀ ਆ, ਉਹ ਲੋਅਰ ਕਾਸਟ ਵਾਲੇ ਲੋਕ ਹੈ। ਉਹ ਜਿਹੜੇ ਘਰ ਹੈ ਉਹ ਮਤਲਬ ਜ਼ਿਮੀਂਦਾਰ ਪਿੰਡਾਂ ਵਿੱਚ ਜੱਟ ਲੋਕ ਆ। ਉਹ ਜਿਹੜੇ ਸਿਟੀ ਵਿੱਚ ਆ ਉਹ ਬ੍ਰਾਹਮਣ ਹੈ, ਉਹ ਖੱਤਰੀ ਆ, ਉਹਨਾਂ ਦੀਆਂ ਦੁਕਾਨਾਂ, ਮਤਲਬ ਇੱਦਾਂ ਦਾ ਇੱਕ ਸਪੈਸ਼ਲੀ ਉਹ ਸਿਸਟਮ ਜਿਹਾ ਉੱਥੇ ਦਾ ਕ੍ਰੀਏਟ ਸੀਗਾ ਉਦੋਂ ਜਦੋਂ ਮੈਂ ਆਈ ਹਾਂ ਕੈਨੇਡਾ, ਕਿ ਉੱਥੋਂ ਤੁਹਾਨੂੰ ਪਤਾ ਲੱਗਦਾ ਕਿ ਇਹ ਮਤਲਬ ਮੈਨੂੰ ਇਹ ਵੈਸੇ ਅੱਜ ਹੁਣ ਮੈਂ ਕਹਾਂ ਮੈਂ ਪੂਰੀ ਆਪਣੀ ਲਾਈਫ ਦੀ ਇੰਨੀ ਕਿ ਮੈਨੂੰ ਹੁਣ ਸਮਝ ਆਈ ਕਿ ਇੱਕ ਤਾਂ ਪਹਿਲਾਂ ਜਾਤ ਪਾਤ ਨੂੰ ਬਣਾਇਆ ਗਿਆ ਜਾਂ ਹੈ ਵੀ ਸੀ ਜਿੱਦਾਂ ਵੀ ਸੀ, ਪਰ ਉਹਨਾਂ ਨੂੰ ਵੱਖਰੇ ਵੱਖਰੇ ਸੈਕਟ ਜਿਹਾ ਕਰਕੇ ਰੱਖਣਾ ਦੂਰ ਦੂਰ, ਹੈ ਨਾ, ਜਗਰਾਫੀਕਲੀ ਵੀ ਉਹ ਤੁਹਾਨੂੰ ਵੈਸੇ ਹੀ ਸ਼ੋ ਹੁੰਦੇ ਆ ਵੀ ਉਹ ਕੌਣ ਆ ਤੇ ਕੌਣ ਆ। ਤੇ ਇਸ ਗੱਲ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਹ ਕਿਹਾ ਸੀਗਾ, ਜਿਹੜੇ ਪੂਅਰ ਲੋਕ ਸੀ ਜਾਂ ਜਿਨ੍ਹਾਂ ਨੂੰ ਲੋਕ ਕਹਿੰਦੇ ਇਹ ਛੋਟੀਆਂ ਜਾਤਾਂ ਵਾਲੇ, ਇਹਨਾਂ ਦੀ ਛੋਟੀ ਜਾਤ ਹੈ, ਕਿ ਤੁਸੀਂ ਪੜ੍ਹੋ ਲਿਖੋ, ਤੁਹਾਡੀ ਪੜ੍ਹਾਈ ਦਾ ਹੋਣਾ ਬਹੁਤ ਜ਼ਰੂਰੀ ਆ। ਤੁਸੀਂ ਪੜ੍ਹੋ ਔਰ ਪੜ੍ਹ ਕੇ ਤੁਸੀਂ ਸਿਟੀਆਂ 'ਚ ਜਾਓ। ਤੁਸੀਂ ਸਿਟੀ 'ਚ ਰਹੋਗੇ ਤਾਂ ਜਾਤ ਪਾਤ ਜਿਹੜੀ ਆ ਉਹਦਾ ਕੋਈ ਮਤਲਬ ਨਹੀਂ ਰਹੇਗਾ।
मतलब ये गल मैं ये बाबा साहब डॉक्टर अम्बेडकर ने जिहड़ी कही, और ਇਹਦਾ असर होया एक तरह का। ਜਿਹੜੇ लोग बाबा साहब की संविधानिक तौर पर एजुकेशन का जिहड़ा दिता उन्होंने इन्नी सानू फैसिलिटीज़ मिली, सहूलतां मिलियां, ਉਹਦੇ ਨਾਲ लोग पढ़े लिखे भी पढ़ लिख गए 1950 तो बाद। पढ़ लिख के सिटियां च जाके उन्हें दिल्ली, बॉम्बे, चंडीगढ़ बड़ियां सिटियां च जॉब भी की, और वो बड़ी बड़ियां जॉबां ते भी लगे। लेकिन जॉब ते वो लगना वो उन्हां लोकां विच उदां ही कई रह गए जिद्दां दा क्योंकि उन्हां दी जॉब नूं सलूट सी। कोई पुलिस ऑफिसर, कोई मतलब मिलटरी दा, कोई कुछ भी, कोई डॉक्टर पढ़ के जदों बने, उन्हां दी जॉब नूं उत्थे दे लोकां ने जिथे जिथे वो माइग्रेट होए हैगे आ, वो किसी भी जात नूं बिलोंग करदे होण, उन्हां तो उस चीज़ नाल तो सलूट करदे सी। लेकिन मैं महसूस किया और रियलिटी च भी देखा कि वो लोग जिहड़े लोअर कास्ट दे पढ़ लिख के गए बाबा साहब करके, उन्हां नाल इंटरनली बेस ते वो जिहड़े सिटी च दूसरियां जातां दे लोग रहिंदे सी, वो इंटरनली बेस ते उहदी जात नूं जरूर लभदे सीगे भी हू शी और हू ही, ये किहड़ी जात नूं बिलोंग करदा। वो फिर उपरों नहीं सी कुछ कहंदे, सामने जात की गल नहीं सी करदे, लेकिन वो इंटरनली आपस में खुसर फुसर जिद्दां कह दईए ना, गॉसिप, हाँ हाँ लोअर कास्ट नूं बिलोंग करदा, हाँ हाँ, वो इंटरनली जदों इदां दीयां गल्लां करदे सी तो इट मीनस वो किते ना किते अपनी जिहड़ी एक फीलिंग्स बना के रखदे सी, एक हेट वाली जिहनूं असीं कहने आ, जिहनूं असीं इस देश विच रेसिज्म कह दिंदे आ कि रेस करदे आ असीं, ਉਹ ਉੱਥੇ इंडिया ਦੇ ਵਿੱਚ रेसिज्म ਦੇ पैरलर कास्टिज्म है। इंसान बेशक जिन्ना मर्जी सोहना होवे, इंसान बेशक जिन्ना मर्जी अमीर हो जाए, इंसान जिन्ना मर्जी ਉਹਦੇ ਕੋਲ एजुकेशन आ जाए, ਉਹਦੀ कैस्ट ਨੂੰ देखिया जाता कि ਇਹਦੀ जात की हैगी आ। ਉਹ ਗੱਲ ਮੈਨੂੰ बड़ी टुंबदी आ कि कमाल ਦੀ ਗੱਲ है, साडी लैंगुएज, साडे पहरावे, साडा खाना पीना, साडा बैठना उठना सब ना सांझी आ, पर जदों किते रिश्ते की गल आउंदी हैगी आ कि कुड़ियां मुंडियां दा ब्याह करना, तां जे लव मैरिज भी हो जाती आ, हो तां जांदी आ, पर कुड़ी मुंडे दी क्वालिटीज़ नूं कोई नहीं देखदा, पहलां उहदी जात देखदा कि ये किहड़ी जात नूं बिलोंग करदे हैगे आ। भी ब्राह्मण कहंदा मैं ब्राह्मण दी मेरी कुड़ी होवे, खत्तरी कहंदा खत्तरी दा कुड़ी मुंडा होवे, जट कहंदा जट दी कुड़ी मुंडा होवे, रामगढ़ीए रामगढ़ियां दी कुड़ी मुंडा होवे। मतलब ਇਹਦਾ मतलब असीं अज तक भी रीसेंटली 21st सेंचुरी हो गई आ, वो जिहड़ी किसी ने भी वो जिहड़ी क्रिएशन कीती आ जात दी, वो अज भी बरकरार है। ये ठीक है कि बच्चे एजुकेशन लैके जदों अपने पेरेंट्स नूं कहंदे आ कि वी आर द एजुकेट, सानूं पता साडी जिंदगी की हैगी आ, असीं इस चक्कर च नहीं पैना, असीं तां ब्याह कराउणा हैगा, मेरी लाइफ इहदे नाल वधिया हो सकदी, वो बच्चे ब्याह जरूर करा लैंदे आ, पर पेरेंट्स किते ना किते एक्सेप्ट नहीं करते उस गल नूं कि नो 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 ये मेरे बच्चे ने गलत किया हैगा। ਤੇ ਮੈਂ ਇੱਥੇ ਕੈਨੇਡਾ 'ਚ ਵੀ ਆ ਕੇ ਜਿੱਦਾਂ ਕਹਿ ਦਈਏ ਕਿ ਮੈਂ ਅੰਬੇਡਕਰ ਦੀ ਜਿਹੜੀ ਗੱਲਬਾਤ ਹੈਗੀ ਸੀਗੀ, ਉਹ ਮੇਰੇ ਅੰਦਰ ਇੱਕ ਪਹਿਲਾਂ ਤੋਂ ਇਦਾਂ ਦੀ ਭਰੀ ਹੋਈ ਸੀ ਕਿ ਉਹ ਮੇਰੇ ਤੋਂ ਇੱਥੇ ਰਹਿ ਕੇ ਵੀ ਬੰਦ ਨਹੀਂ ਹੋਈ। ਮੈਨੂੰ ਇਦਾਂ ਲੱਗਦਾ ਸੀ ਬੇਸ਼ੱਕ ਮੈਂ ਕੈਨੇਡਾ ਆਈ ਹਾਂ, ਪਰ ਮੇਰੀ ਜਿਹੜੀ ਸੋਚ ਸੀ ਜਾਂ ਮੇਰੀ ਗੱਲ ਕਰਨ ਦਾ ਸਿਸਟਮ ਸੀਗਾ, ਉਹ ਮੈਨੂੰ ਉਹੀ ਸੋਸ਼ਲ ਜਿਹੜੀ ਸਾਡੀ ਸਟਰਕਚਰ ਦੇ ਵਿੱਚੋਂ ਨਾ ਇੱਕ ਅੰਦਰ ਹੁੰਦੀ ਫੀਲਿੰਗਸ, ਜੰਗ ਏਜ ਦੇ ਵਿੱਚ ਇੱਕ ਮਤਲਬ ਅੱਗ ਵੀ ਹੁੰਦੀ ਆ ਕਿ ਹਾਂ ਮੈਂ ਕੁਝ ਕਰਨਾ ਆ, ਉਹ ਜਿਹੜਾ ਮੇਰਾ ਉੱਥੇ ਕੁਝ ਕਰਨ ਦਾ ਇੱਕ ਸੀਗਾ, ਇਹਨੂੰ ਖਤਮ ਕਰਨ ਦਾ ਕਿਸੇ ਨਾ ਕਿਸੇ ਤਰੀਕੇ ਨਾਲ, ਉਹ ਇੱਥੇ ਆ ਕੇ ਵੀ ਬਰਕਰਾਰ ਰਿਹਾ।